ਪਿਆਰੇ ਵਿਦਿਆਰਥੀਓ, ਇਲੀਟ ਜ਼ੇਲ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ ਦੇ ਵਿੱਚ ਮੈਂ ਜੋ ਵਿਸ਼ਾ ਲੈ ਕੇ ਆਈ ਹਾਂ ਉਹ ਹੈ ਫਰਾਂਸ ਦੀ ਕ੍ਰਾਂਤੀ, ਜੋ 1799 ਈਸਵੀ ਤੋਂ 1799 ਈਸਵੀ ਤੱਕ ਰਹੀ। ਜਿਵੇਂ ਕਿ ਕ੍ਰਾਂਤੀ ਦਾ ਅਰਥ ਅਸੀਂ ਸਮਝਦੇ ਹਾਂ ਕਿ ਸਮਾਜ ਦੇ ਵਿੱਚ ਇੱਕਦਮ ਪਰਿਵਰਤਨ ਆ ਜਾਣਾ, ਅਚਨਚੇਤ ਅਤੇ ਉਗਰ ਪਰਿਵਰਤਨ। ਫਰਾਂਸ ਦੀ ਕ੍ਰਾਂਤੀ ਇੱਕ ਇਤਿਹਾਸਿਕ ਮਹੱਤਵਪੂਰਨ ਘਟਨਾ ਹੈ ਜਿਸ ਨੇ ਇਤਿਹਾਸ ਤੇ ਬਹੁਤ ਡੂੰਘਾ ਪ੍ਰਭਾਵ ਪਾਇਆ। ਇਸ ਨੇ ਮਨੁੱਖਤਾ ਨੂੰ 3 ਨਵੇਂ ਵਿਚਾਰ ਦਿੱਤੇ: ਸੁਤੰਤਰਤਾ, ਸਮਾਨਤਾ ਤੇ ਭਰਾਤਰੀ-ਭਾਵ, ਜੋ ਅੱਜ ਵੀ ਸਾਡੇ ਸੰਵਿਧਾਨ ਦਾ ਹਿੱਸਾ ਹਨ। ਇਹ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਹਰ ਘਟਨਾ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਇਹ ਲੋਕਾਂ ਦੇ ਮਨਾਂ ਦਾ ਗੁੱਸਾ ਕਾਫੀ ਸਮੇਂ ਤੱਕ ਇਕੱਠਾ ਹੁੰਦਾ ਰਹਿੰਦਾ ਹੈ, ਜੋ ਕ੍ਰਾਂਤੀ ਦੇ ਰੂਪ ਦੇ ਵਿੱਚ ਇੱਕ ਦਿਨ ਫੁੱਟ ਪੈਂਦਾ ਹੈ। ਯੂਰਪ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੋਇਆ। ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਜੋ ਉਸ ਸਮੇਂ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਅਵਸਥਾ ਸੀ, ਉਸ ਦਾ ਜ਼ਿਕਰ ਕਰਨਾ ਤੁਹਾਡੇ ਨਾਲ ਜ਼ਰੂਰੀ ਹੈ। ਇਹ ਸਾਨੂੰ ਪਤਾ ਹੈ ਕਿ ਉਸ ਸਮੇਂ ਰਾਜਤੰਤਰ ਦਾ ਬੋਲਬਾਲਾ ਸੀ। ਰਾਜਤੰਤਰ ਦਾ ਅਰਥ ਹੁੰਦਾ ਹੈ ਕਿ ਜਿਹੜਾ ਸ਼ਾਸਨ ਹੈ ਉਹ ਲੋਕਾਂ ਦੇ ਪ੍ਰਤੀਨਿਧੀਆਂ ਦੁਆਰਾ ਨਾ ਚਲਾ ਕੇ ਰਾਜੇ ਜਾਂ ਰਾਣੀ ਦੁਆਰਾ ਪੀੜ੍ਹੀ ਦਰ ਪੀੜ੍ਹੀ ਚਲਾਇਆ ਜਾਂਦਾ ਹੈ। ਇਸ ਦੇ ਵਿੱਚ ਜੋ ਰਾਜਾ ਹੈ ਉਹ ਆਪਣੇ ਆਪ ਨੂੰ ਰੱਬ ਦਾ ਪ੍ਰਤੀਨਿਧੀ ਮੰਨਦਾ ਸੀ। ਲੂਇਸ 14ਵਾਂ ਜਿਸ ਸਮੇਂ ਲੂਇਸ 14ਵੇਂ ਦਾ ਸ਼ਾਸਨ ਸੀ, ਉਸ ਸਮੇਂ ਰਾਜਤੰਤਰ ਦੀ ਨਿਰੰਕੁਸ਼ਤਾ ਪੂਰੇ ਸਿਖਰ ਤੇ ਸੀ ਅਤੇ ਲੂਇਸ 15ਵਾਂ ਵੀ ਇੱਕ ਨਿਰੰਕੁਸ਼ ਅਤੇ ਅਯੋਗ ਸ਼ਾਸਕ ਸੀ ਜੋ ਇੱਕ ਵਿਲਾਸਮਈ ਜੀਵਨ ਬਤੀਤ ਕਰਦਾ ਸੀ। ਲੂਇਸ 16ਵਾਂ, ਜੋ ਕਿ 1774 ਤੋਂ 1792 ਈਸਵੀ ਤੱਕ ਫਰਾਂਸ ਦਾ ਸ਼ਾਸਕ ਰਿਹਾ, ਜਿਸ ਦੇ ਸਮੇਂ ਦੇ ਵਿੱਚ ਫਰਾਂਸੀਸੀ ਕ੍ਰਾਂਤੀ ਹੋਈ, ਉਹ ਇੱਕ ਚੰਗੀ ਸੋਚ ਵਾਲਾ ਵਿਅਕਤੀ ਤਾਂ ਸੀ, ਪਰ ਉਸ ਵਿੱਚ ਫੈਸਲੇ ਲੈਣ ਤੇ ਉਸ ਨੂੰ ਲਾਗੂ ਕਰਨ ਦੀ ਸਮਰੱਥਾ ਦੀ ਘਾਟ ਸੀ। ਰਾਜਨੀਤਿਕ ਅਵਸਥਾ ਤੋਂ ਬਾਅਦ ਸਮਾਜਿਕ ਅਵਸਥਾ ਦੀ ਗੱਲ ਕਰੀਏ ਤਾਂ ਉਸ ਸਮੇਂ ਸਮਾਜ 3 ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ: ਪਾਦਰੀ ਵਰਗ, ਦੂਜਾ ਵਰਗ ਕੁਲੀਨ ਵਰਗ ਅਤੇ ਤੀਜਾ ਸਧਾਰਨ ਵਰਗ। ਪਾਦਰੀ ਵਰਗ ਵਿੱਚ 2 ਤਰ੍ਹਾਂ ਦੇ ਪਾਦਰੀ ਸੀ: ਉੱਚ ਪਾਦਰੀ ਤੇ ਸਧਾਰਨ ਪਾਦਰੀ। ਜਿਹੜੇ ਉੱਚ ਪਾਦਰੀ ਸੀ ਉਹ ਬਹੁਤ ਹੀ ਘੱਟ ਆਬਾਦੀ ਸੀ ਜਿਨ੍ਹਾਂ ਦੀ, ਉਹ ਕੇਵਲ ਕੁੱਲ ਆਬਾਦੀ ਦਾ 1% ਸਨ। ਉਹ ਗਿਰਜਾ ਘਰ ਦੀ ਸੰਪत्ति ਦਾ ਲਾਭ ਉਠਾਉਂਦੇ ਸੀ ਅਤੇ ਲੋਕਾਂ ਕੋਲੋਂ ਟੈਕਸ ਇਕੱਠਾ ਕਰਦੇ ਸੀ ਅਤੇ ਬਹੁਤ ਹੀ ਐਸ਼ੋ ਆਰਾਮ ਵਾਲਾ ਜੀਵਨ ਬਤੀਤ ਕਰਦੇ ਸੀ। ਪਰ ਜੋ ਸਧਾਰਨ ਪਾਦਰੀ ਸੀ ਉਹਨਾਂ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ। ਉਹ ਈਸਾਈ ਮੱਠਾਂ ਦੇ ਵਿੱਚ ਰਹਿੰਦੇ ਸੀ ਤੇ ਉਹਨਾਂ ਦੀ ਆਮਦਨ ਵੀ ਇੰਨੀ ਨਹੀਂ ਸੀ ਕਿ ਉਹ ਆਪਣਾ ਗੁਜ਼ਾਰਾ ਕਰ ਸਕਣ। ਦੂਜਾ ਵਰਗ ਆ ਜਾਂਦਾ ਹੈ ਕੁਲੀਨ ਵਰਗ, ਜਿਸ ਦੇ ਵਿੱਚ ਰਈਸ ਤੇ ਅਮੀਰ ਲੋਕ ਆਉਂਦੇ ਸੀ ਜਿਨ੍ਹਾਂ ਨੂੰ ਟੈਕਸ ਨਹੀਂ ਦੇਣਾ ਪੈਂਦਾ ਸੀ। ਉਹ ਫਰਾਂਸੀਸੀ ਆਬਾਦੀ ਦਾ 2% ਸੀ, ਪਰ ਕੁੱਲ ਭੂਮੀ ਦੇ 30% ਦੇ ਉਹ ਮਾਲਕ ਸਨ। ਤੀਜਾ ਵਰਗ ਸਧਾਰਨ ਵਰਗ, ਜੋ ਕਿ ਆਬਾਦੀ ਦਾ ਸਭ ਤੋਂ ਵੱਧ ਤੇ ਸਭ ਤੋਂ ਜ਼ਿਆਦਾ ਦਬਿਆ ਹੋਇਆ ਵਰਗ ਸੀ। ਉਹ ਕੁੱਲ ਜਨਸੰਖਿਆ ਦਾ 97% ਭਾਗ ਸੀ ਅਤੇ ਇਹ ਲੋਕ ਬਹੁਤ ਹੀ ਸਮਾਜਿਕ ਤੇ ਆਰਥਿਕ ਤੌਰ ਤੇ ਪਿਛੜੇ ਹੋਏ ਸਨ, ਜਿਸ ਦੇ ਵਿੱਚ ਅਮੀਰ ਵਪਾਰੀ, ਕਾਨੂੰਨੀ ਅਧਿਕਾਰੀ, ਕਿਸਾਨ, ਕਾਰੀਗਰ, ਛੋਟੇ ਕਾਸ਼ਤਕਾਰ, ਭੂਮੀ ਰਹਿਤ ਮਜ਼ਦੂਰ ਅਤੇ ਨੌਕਰ ਆ ਜਾਂਦੇ ਸੀ ਅਤੇ ਇਹ ਵਰਗ ਸਭ ਤੋਂ ਜ਼ਿਆਦਾ ਟੈਕਸ ਦਿੰਦਾ ਸੀ। ਹੁਣ ਅਸੀਂ ਆਰਥਿਕ ਹਾਲਤ ਦੀ ਗੱਲ ਕਰੀਏ ਤਾਂ ਫਰਾਂਸ ਦੀ ਅਰਥ ਵਿਵਸਥਾ ਖੇਤੀਬਾੜੀ ਤੇ ਆਧਾਰਿਤ ਸੀ, ਪਰ ਜੋ ਕਿਸਾਨ ਸੀ ਉਹ ਕਰਾਂ ਦੇ ਭਾਰ ਹੇਠਾਂ ਦਬੇ ਹੋਏ ਸੀ। 2 ਤਰ੍ਹਾਂ ਦੇ ਕਰ ਲੋਕਾਂ ਤੇ ਲਾਏ ਜਾਂਦੇ ਸੀ: ਪ੍ਰਤੱਖ ਕਰ ਅਤੇ ਅਪਰਤੱਖ ਕਰ। ਅੱਗੇ ਅਪਰਤੱਖ ਕਰ 2 ਤਰ੍ਹਾਂ ਦੇ ਸੀ, ਜਿਸ ਦੇ ਵਿੱਚ ਟਿੱਥੇ ਅਤੇ ਟਾਇਲੇ। ਟਿੱਥੇ ਇੱਕ ਅਜਿਹਾ ਕਰ ਸੀ ਜੋ ਭੂਮੀ ਕਰ ਸੀ, ਜਿਹੜਾ ਗਿਰਜਾ ਘਰ ਨੂੰ ਦਿੱਤਾ ਜਾਂਦਾ ਸੀ।
ਉਹ ਹਰ ਇੱਕ ਕਿਸਾਨ ਨੂੰ ਆਪਣੀ ਆਮਦਨ ਦਾ 10ਵਾਂ ਹਿੱਸਾ ਦੇਣਾ ਪੈਂਦਾ ਸੀ ਟੈਕਸ ਦੇ ਰੂਪ ਦੇ ਵਿੱਚ, ਪਰ ਫਿਰ ਇਸ ਨੂੰ ਬਾਅਦ ਦੇ ਵਿੱਚ ਲਾਜ਼ਮੀ ਕਰ ਦਿੱਤਾ ਗਿਆ। ਟਾਈਲੇ ਆਮ ਲੋਕਾਂ ਦੁਆਰਾ ਰਾਜ ਨੂੰ ਦਿੱਤਾ ਜਾਣ ਵਾਲਾ ਟੈਕਸ ਸੀ। ਇਹ ਆਮ ਲੋਕਾਂ ਤੇ ਲਗਾਇਆ ਜਾਂਦਾ ਸੀ ਅਤੇ ਰਾਜਾ ਆਪਣੀ ਪ੍ਰਜਾ ਦੀ ਭੂਮੀ ਅਤੇ ਸੰਪਤੀ ਤੇ ਟੈਕਸ ਲੈਂਦਾ ਸੀ। ਨਮਕ ਤੇ ਤੰਬਾਕੂ ਆਦਿ ਰੋਜ਼ਾਨਾ ਲੋੜਾਂ ਦੀਆਂ ਚੀਜ਼ਾਂ ਤੇ ਇਹ ਟੈਕਸ ਦਿੱਤਾ ਜਾਂਦਾ ਸੀ। ਹੁਣ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਫਰਾਂਸ ਦੀ ਕ੍ਰਾਂਤੀ ਦੇ ਸਮੇਂ ਉੱਥੋਂ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਅਵਸਥਾ ਦੀ ਗੱਲ ਕੀਤੀ ਹੈ, ਜੋ ਉਸ ਸਮੇਂ ਦੇ ਲੋਕਾਂ ਦੇ ਵਿੱਚ ਕ੍ਰਾਂਤੀ ਦਾ ਕਾਰਨ ਬਣੀ। ਹੁਣ ਇਸ ਦੇ ਵਿੱਚੋਂ ਕੁਝ ਪਿਆਰੇ ਵਿਦਿਆਰਥੀਓ, ਇਲੀਟ ਜ਼ੀਲ ਚੈਨਲ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ। ਫਰਾਂਸ ਦੀ ਕ੍ਰਾਂਤੀ ਦੀ ਪਿਛਲੇ ਵੀਡੀਓ ਦੇ ਵਿੱਚ ਮੈਂ ਫਰਾਂਸ ਦੀ ਕ੍ਰਾਂਤੀ ਦੇ ਸਮੇਂ ਉੱਥੋਂ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਹਾਲਾਤਾਂ ਦੀ ਗੱਲ ਕੀਤੀ ਸੀ, ਜੋ ਕ੍ਰਾਂਤੀ ਦਾ ਕਾਰਨ ਬਣੇ ਸੀ। ਅੱਜ ਮੈਂ ਫਰਾਂਸ ਦੀ ਕ੍ਰਾਂਤੀ ਦਾ ਆਰੰਭ ਤੇ ਇਸ ਦੇ ਨਾਲ ਸੰਬੰਧਿਤ ਘਟਨਾਵਾਂ ਦੀ ਗੱਲ ਕਰਾਂਗੀ, ਜਿਸ ਨੂੰ ਕਿ ਮੈਂ ਅਖੀਰ ਦੇ ਵਿੱਚ ਟਾਈਮਲਾਈਨ ਦੇ ਨਾਲ ਵੀ ਸਮਝਾਇਆ ਹੈ, ਜੋ ਤੁਹਾਨੂੰ ਪਾਠ ਨੂੰ ਤਿਆਰ ਕਰਨ ਦੇ ਵਿੱਚ ਕਾਫੀ ਲਾਭਦਾਇਕ ਸਿੱਧ ਹੋਵੇਗਾ। ਅੱਜ ਮੈਂ ਇਸ ਵੀਡੀਓ ਦੇ ਵਿੱਚ ਟਾਈਮਲਾਈਨ ਦੇ ਹਿਸਾਬ ਨਾਲ, ਡੇਟ ਦੇ ਹਿਸਾਬ ਨਾਲ ਘਟਨਾਵਾਂ ਤੁਹਾਨੂੰ ਸਮਝਾਉਣ ਲੱਗੀ ਹਾਂ। ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਅਸੀਂ 5 ਮਈ 1799 ਦੀ ਘਟਨਾ ਤੋਂ। ਇਹ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਫਰਾਂਸ ਦੇ ਵਿੱਚ ਰਾਜਤੰਤਰ ਦਾ ਬੋਲਬਾਲਾ ਸੀ, ਜਿਸ ਵਿੱਚ ਰਾਜਾ ਆਪਣੇ ਆਪ ਨੂੰ ਰੱਬ ਦਾ ਪ੍ਰਤੀਨਿਧੀ ਸਮਝਦਾ ਸੀ ਅਤੇ ਆਪਣੀ ਮਨਮਰਜ਼ੀ ਕਰਦਾ ਸੀ, ਜਿਸ ਕਾਰਨ ਫਰਾਂਸ ਦੇ ਆਰਥਿਕ ਹਾਲਾਤ ਬਹੁਤ ਹੀ ਮਾੜੇ ਹੁੰਦੇ ਚਲੇ ਗਏ। ਤਾਂ ਲੁਈਸ 16ਵੇਂ ਨੇ ਵਿੱਤੀ ਸੰਕਟ ਨੂੰ ਨਜਿੱਠਣ ਲਈ, ਵਿੱਤੀ ਸੰਕਟ ਨੂੰ ਸੁਧਾਰਨ ਲਈ ਤੇ ਲੋਕਾਂ ਤੇ ਹੋਰ ਟੈਕਸ ਲਾਉਣ ਲਈ ਪ੍ਰਤੀਨਿਧੀ ਸਭਾ ਦੀ ਇੱਕ ਬੈਠਕ ਬੁਲਾਈ, ਜਿਸ ਦੇ ਵਿੱਚ ਤਿੰਨਾਂ ਵਰਗਾਂ ਦੇ ਪ੍ਰਤੀਨਿਧੀ ਮਤਦਾਨ ਕਰਦੇ ਸਨ। ਪਰ ਤੀਸਰੇ ਵਰਗ ਨੇ ਇਹ ਮੰਗ ਕੀਤੀ ਕਿ ਸਭ ਨੂੰ ਹੀ ਮਤਦਾਨ ਕਰਨ ਦਾ ਮੌਕਾ ਦਿੱਤਾ ਜਾਵੇ ਅਤੇ ਫੈਸਲੇ ਬਹੁਮਤ ਨਾਲ ਲਏ ਜਾਣ। ਪਹਿਲੇ ਦੋ ਵਰਗਾਂ ਨੇ ਇਸ ਦਾ ਵਿਰੋਧ ਕੀਤਾ। ਲੁਈਸ ਦੁਆਰਾ ਤੀਸਰੇ ਵਰਗ ਦੀ ਇਸ ਮੰਗ ਨੂੰ ਰੱਦ ਕਰ ਦਿੱਤਾ ਗਿਆ। ਤਾਂ ਤੀਜੇ ਵਰਗ ਨੇ ਰੋਸ ਵਜੋਂ ਸਭਾ ਦਾ ਬਾਈਕਾਟ ਕਰ ਦਿੱਤਾ। ਗੱਲ ਵੀ ਜਾਇਜ਼ ਸੀ, ਕਿਉਂਕਿ ਉਹ 97% ਪੂਰੀ ਜਨਸੰਖਿਆ ਦਾ 97% ਭਾਗ ਤੀਜੇ ਵਰਗ ਨਾਲ ਸੰਬੰਧ ਰੱਖਦਾ ਸੀ। 17 ਜੂਨ 1799 ਨੂੰ ਤੀਸਰੇ ਵਰਗ ਨੇ ਇੱਕ ਬਹੁਤ ਹੀ ਦਲੇਰ ਕਦਮ ਚੁੱਕਦਿਆਂ ਆਪਣੇ ਆਪ ਨੂੰ ਰਾਸ਼ਟਰੀ ਪਰਿਸ਼ਦ ਦਾ ਐਲਾਨ ਕਰ ਦਿੱਤਾ, ਜੋ ਕਿ ਫਰਾਂਸੀਸੀ ਕ੍ਰਾਂਤੀ ਦਾ ਸਭ ਤੋਂ ਮਹੱਤਵਪੂਰਨ ਕਦਮ ਸੀ ਔਰ ਜਿਸ ਨਾਲ ਅੱਗੇ ਜਾ ਕੇ ਫਰਾਂਸੀਸੀ ਕ੍ਰਾਂਤੀ ਲਈ ਰਾਹ ਵੀ ਬਹੁਤ ਪੱਧਰਾ ਹੋ ਗਿਆ। ਤੀਸਰੇ ਵਰਗ ਦੁਆਰਾ ਜਨਤਾ ਦੇ ਪ੍ਰਤੀਨਿਧੀ ਹੋਣ ਦਾ ਦਾਅਵਾ ਕੀਤਾ ਗਿਆ ਅਤੇ ਉਹਨਾਂ ਨੇ ਮਨੁੱਖੀ ਅਧਿਕਾਰਾਂ ਦਾ ਇੱਕ ਘੋਸ਼ਣਾ ਪੱਤਰ ਜਾਰੀ ਕਰ ਦਿੱਤਾ। ਘੋਸ਼ਣਾ ਪੱਤਰ ਦੇ ਵਿੱਚ 17 ਜੂਨ 1799 ਨੂੰ ਇਹ ਐਲਾਨ ਕੀਤਾ ਗਿਆ ਕਿ ਸਭ ਲੋਕ ਕਾਨੂੰਨ ਦੇ ਸਾਹਮਣੇ ਬਰਾਬਰ ਹੋਣਗੇ। ਜਨਤਕ ਦਫ਼ਤਰਾਂ ਦੇ ਵਿੱਚ ਸਾਰੇ ਨਾਗਰਿਕਾਂ ਨੂੰ ਬਰਾਬਰ ਦੀ ਪਾਤਰਤਾ ਦਿੱਤੀ ਜਾਵੇਗੀ। ਪ੍ਰੈਸ ਤੇ ਬੋਲਣ ਦੀ ਸੁਤੰਤਰਤਾ ਹੋਵੇਗੀ ਤੇ ਕਰਾਂ ਦੇ ਭਾਰ ਦੀ ਬਰਾਬਰ ਵੰਡ ਕੀਤੀ ਜਾਵੇਗੀ ਤੇ ਨਿੱਜੀ ਸੰਪਤੀ ਦਾ ਅਧਿਕਾਰ ਵੀ ਦਿੱਤਾ ਜਾਵੇਗਾ। ਕੋਈ ਵੀ ਅਜਿਹਾ ਕਾਰਨ ਜੋ ਕਿ ਸਾਬਿਤ ਨਹੀਂ ਹੁੰਦਾ, ਉਸ ਤੋਂ ਬਿਨਾਂ ਗ੍ਰਿਫਤਾਰੀ ਤੇ ਸਜ਼ਾ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ। 20 ਜੂਨ 1799 ਦੇ ਵਿੱਚ ਤੀਸਰੇ ਵਰਗ ਦੇ ਲੋਕਾਂ ਨੇ ਇੰਡੋਰ ਟੈਨਿਸ ਕੋਰਟ ਦੇ ਵਿੱਚ ਇੱਕ ਮੀਟਿੰਗ ਕੀਤੀ, ਇੱਕ ਬੈਠਕ ਕੀਤੀ ਅਤੇ ਇੱਕ ਮਤਾ ਪਾਸ ਕੀਤਾ ਕਿ ਉਹ ਸਦਾ ਹੀ
ਇਕੱਠੇ ਰਹਿਣਗੇ, ਇਕਜੁੱਟ ਰਹਿਣਗੇ ਅਤੇ ਕੋਈ ਵੀ ਕਿਸੇ ਕਿਸਮ ਦੀ ਲੋੜ ਹੋਵੇਗੀ ਤਾਂ ਉਹ ਦੁਬਾਰਾ ਇਕੱਠੇ ਹੋਣਗੇ। ਇਸ ਸਹੁੰ ਨੂੰ ਟੈਨਿਸ ਕੋਰਟ ਸਹੁੰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। 5 ਜੁਲਾਈ 1799 ਰਾਸ਼ਟਰੀ ਸੰਸਦ ਦਾ ਨਾਂ ਰਾਸ਼ਟਰੀ ਸੰਵਿਧਾਨ ਸਭਾ ਰੱਖਿਆ ਗਿਆ। ਆਮ ਲੋਕਾਂ ਦੀ ਇਹ ਰਾਜੇ ਉੱਪਰ ਪਹਿਲੀ ਜਿੱਤ ਸੀ, ਜਿਹੜਾ ਕਿ ਤੀਸਰੇ ਵਰਗ ਦੇ ਪ੍ਰਤੀਨਿਧੀਆਂ ਦੁਆਰਾ ਚੁੱਕਿਆ ਗਿਆ ਪਹਿਲਾ ਕ੍ਰਾਂਤੀਕਾਰੀ ਕਦਮ ਸੀ, ਜਿਸ ਨਾਲ ਉਹਨਾਂ ਦੀ ਏਕਤਾ ਹੋਰ ਮਜ਼ਬੂਤ ਹੋ ਗਈ। ਹੁਣ ਲੂਇਸ 16ਵੇਂ ਨੇ ਇਹਨਾਂ ਹਾਲਾਤਾਂ ਨਾਲ ਸਮਝੌਤਾ ਨਹੀਂ ਕੀਤਾ ਅਤੇ ਉਹ ਆਪਣੇ ਪੁਰਾਣੇ ਰੁਤਬੇ ਨੂੰ ਹਾਸਲ ਕਰਨਾ ਚਾਹੁੰਦਾ ਸੀ, ਜਿਸ ਕਰਕੇ ਉਸਨੇ ਉਸ ਸਭਾ ਨੂੰ ਭੰਗ ਕਰਨ ਦੀ ਯੋਜਨਾ ਬਣਾਈ ਅਤੇ ਇਹ ਅਫਵਾਹ ਫੈਲਾ ਦਿੱਤੀ ਕਿ ਉਹਨਾਂ ਦੇ ਆਗੂਆਂ ਨੂੰ ਗ੍ਰਿਫਤਾਰ ਕਰਨ ਲਈ ਫੌਜ ਬੁਲਾ ਲਈ ਗਈ ਹੈ। ਇਹ ਗੱਲ ਸੁਣ ਕੇ ਗੁੱਸੇ ਵਿੱਚ ਆਈ ਭੀੜ ਨੇ ਬੈਸਟੀਲ ਦੀ ਜੇਲ੍ਹ ਤੇ ਹਮਲਾ ਕਰ ਦਿੱਤਾ। 14 ਜੁਲਾਈ 1799 ਉਹ ਇਤਿਹਾਸਕ ਦਿਨ, ਜਿਸ ਨੂੰ ਫਰਾਂਸ ਦੇ ਵਿੱਚ ਅੱਜ ਵੀ ਬੈਸਟੀਲ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ। ਬੈਸਟੀਲ ਨੂੰ ਘੇਰਨ ਨਾਲ ਕ੍ਰਾਂਤੀ ਆਪਣੇ ਸਿਖਰਾਂ ਤੇ ਪੁੱਜ ਗਈ। ਲੋਕਾਂ ਨੇ ਕੈਦੀਆਂ ਨੂੰ ਛੁਡਾ ਲਿਆ ਤੇ ਸੁਰੱਖਿਆ ਮੁਲਾਜ਼ਮਾਂ ਤੇ ਕਰਮਚਾਰੀਆਂ ਨੂੰ ਬੰਦੀ ਬਣਾਉਣ ਤੋਂ ਬਾਅਦ ਉਹਨਾਂ ਦਾ ਕਤਲ ਵੀ ਕਰ ਦਿੱਤਾ। ਬੈਸਟੀਲ ਦਾ ਪਤਨ ਦੇ ਨਾਲ ਹੀ ਰਾਜਤੰਤਰ ਦਾ ਅੰਤ ਹੋ ਗਿਆ। ਰਾਸ਼ਟਰੀ ਸ਼ਕਤੀ ਰਾਸ਼ਟਰੀ ਸੰਵਿਧਾਨ ਸਭਾ ਦੇ ਹੱਥਾਂ ਦੇ ਵਿੱਚ ਆ ਗਈ। 4 ਅਗਸਤ 1799 ਰਾਸ਼ਟਰੀ ਸੰਵਿਧਾਨ ਸਭਾ ਨੇ ਸਾਰੇ ਕਰ ਹਟਾ ਦਿੱਤੇ। ਪਾਦਰੀਆਂ ਦੇ ਵਿਸ਼ੇਸ਼ ਅਧਿਕਾਰ ਸੀ, ਉਹਨਾਂ ਨੂੰ ਵੀ ਖਤਮ ਕਰ ਦਿੱਤਾ ਅਤੇ ਆਮ ਲੋਕਾਂ ਦੁਆਰਾ ਚਰਚ ਨੂੰ ਦਿੱਤੇ ਜਾਣ ਵਾਲਾ ਟੈਕਸ ਟਿੱਥੇ, ਇਸ ਦਾ ਵੀ ਖਾਤਮਾ ਕਰ ਦਿੱਤਾ ਗਿਆ, ਜਿਸ ਨਾਲ ਸਾਮੰਤਵਾਦ ਦਾ ਅੰਤ ਹੋ ਗਿਆ। ਅੰਤ ਵਿੱਚ ਲੂਇਸ 16ਵੇਂ ਦੁਆਰਾ ਰਾਸ਼ਟਰੀ ਸਭਾ ਨੂੰ ਮਾਨਤਾ ਦੇ ਦਿੱਤੀ ਗਈ ਅਤੇ ਉਸਨੇ ਇਹ ਵੀ ਸਵੀਕਾਰ ਕਰ ਲਿਆ ਕਿ ਹੁਣ ਤੋਂ ਉਸ ਦੀਆਂ ਸ਼ਕਤੀਆਂ ਸੰਵਿਧਾਨ ਸਭਾ ਦੁਆਰਾ ਨਿਯੰਤਰਿਤ ਹੋਣਗੀਆਂ। ਹੁਣ ਇਹਨਾਂ ਸਾਰੀਆਂ ਘਟਨਾਵਾਂ ਦਾ ਜ਼ਿਕਰ ਟਾਈਮਲਾਈਨ ਦੀ ਸਹਾਇਤਾ ਦੇ ਨਾਲ ਇਸ ਸਲਾਈਡ ਦੇ ਵਿੱਚ ਕੀਤਾ ਹੈ, ਜੋ ਕਿ ਤੁਹਾਨੂੰ ਯਾਦ ਰੱਖਣ ਦੇ ਵਿੱਚ ਹੈਲਪਫੁਲ ਹੋਵੇਗਾ। ਇੱਕ ਵਾਰੀ ਆਪਾਂ ਇਸ ਦੀ ਦੁਹਰਾਈ ਕਰ ਲੈਂਦੇ ਹਾਂ। 5 ਮਈ 1799 ਪ੍ਰਤੀਨਿਧੀ ਸਭਾ ਦੀ ਬੈਠਕ। 17 ਜੂਨ 1799 ਰਾਸ਼ਟਰੀ ਪਰਿਸ਼ਦ ਦਾ ਐਲਾਨ। 17 ਜੂਨ 1799 ਅਧਿਕਾਰਾਂ ਦਾ ਘੋਸ਼ਣਾ ਪੱਤਰ ਜਾਰੀ ਕਰਨਾ। 20 ਜੂਨ 1799 ਟੈਨਿਸ ਕੋਰਟ ਦੇ ਵਿੱਚ ਬੈਠਕ। 5 ਜੁਲਾਈ 1799 ਰਾਸ਼ਟਰੀ ਸੰਸਦ ਦਾ ਨਾਮ ਸੰਵਿਧਾਨ ਸਭਾ ਰੱਖਣਾ। 14 ਜੁਲਾਈ 1799 ਬੈਸਟੀਲ ਤੇ ਹਮਲਾ। 4 ਅਗਸਤ 1799 ਸੰਵਿਧਾਨ ਸਭਾ ਦੁਆਰਾ ਕਰਾਂ ਨੂੰ ਹਟਾਉਣਾ ਅਤੇ ਸਾਮੰਤਵਾਦ ਦਾ ਅੰਤ। ਮੈਂ ਆਸ ਕਰਦੀ ਹਾਂ ਕਿ ਫਰਾਂਸ ਦੀ ਕ੍ਰਾਂਤੀ ਪਾਠ ਤਿਆਰ ਕਰਨ ਦੇ ਵਿੱਚ ਤੁਹਾਨੂੰ ਇਹ ਦੋਵੇਂ ਵੀਡੀਓ ਬਹੁਤ ਹੀ ਲਾਭਦਾਇਕ ਸਿੱਧ ਹੋਣਗੇ। ਤਾਂ ਇਸੇ ਉਮੀਦ ਨਾਲ ਅਗਲੀ ਵੀਡੀਓ ਦੇ ਵਿੱਚ ਫਿਰ ਮਿਲਾਂਗੀ। ਤਦ ਤੱਕ ਲਈ ਧੰਨਵਾਦ। ਆਮ ਪ੍ਰਸ਼ਨ ਜਿਹੜੇ ਪੁੱਛੇ ਜਾ ਸਕਦੇ ਨੇ, ਕਾਮਨ ਕੁਐਸਚਨਸ, ਉਹ ਨੇ ਫਰਾਂਸ ਦੀ ਕ੍ਰਾਂਤੀ ਕਦੋਂ ਸ਼ੁਰੂ ਹੋਈ, ਰਾਜਤੰਤਰ ਦਾ ਕੀ ਅਰਥ ਹੈ, ਫਰਾਂਸ ਦੀ ਕ੍ਰਾਂਤੀ ਸਮੇਂ ਉੱਥੋਂ ਦਾ ਸ਼ਾਸਕ ਕੌਣ ਸੀ, ਸਮਾਜ ਕਿੰਨੇ ਵਰਗਾਂ ਵਿੱਚ ਵੰਡਿਆ ਹੋਇਆ ਸੀ, ਤੇ ਅਪਰਤੱਖ ਕਰ ਬਾਰੇ ਤੁਸੀਂ ਕੀ ਜਾਣਦੇ ਹੋ। ਹੁਣ ਮੈਨੂੰ ਉਮੀਦ ਹੈ ਕਿ ਤੁਹਾਨੂੰ ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਦੀ ਅਵਸਥਾਵਾਂ ਦਾ ਪਤਾ ਲੱਗ ਗਿਆ ਹੋਣਾ, ਉਸ ਬਾਰੇ ਜਾਣਕਾਰੀ ਮਿਲ ਗਈ ਹੋਣੀ ਹੈ। ਤੇ ਅਗਲੀ ਵੀਡੀਓ ਦੇ ਵਿੱਚ ਅਸੀਂ ਇਹ ਡਿਸਕਸ ਕਰਾਂਗੇ ਕਿ ਫਰਾਂਸ ਦੇ ਵਿੱਚ ਕ੍ਰਾਂਤੀ ਦਾ ਆਰੰਭ ਕਿਵੇਂ ਹੋਇਆ। ਧੰਨਵਾਦ।